ਇਹ ਜਿਹੜੀ ਸੰਸਾਰੀ ਬੋਲੀ ਆ, ਇਹ ਜੋ ਆਪਾਂ ਨੂੰ ਦਿਖ ਰਿਹਾ ਅੱਖਾਂ ਨਾਲ, ਉਹਨੂੰ ਐਕਸਪਲੇਨ ਕਰਨ ਲਈ ਹੀ ਬਣੀ ਗਈ ਆ। ਮਤਲਬ ਜੋ ਆਪਾਂ ਨੂੰ ਦੀਂਦਾ ਉਹ ਆਪਾਂ ਜੇ ਕਿਸੇ ਹੋਰ ਨੂੰ ਦੱਸਣਾ ਉਸ ਬਾਰੇ, ਤਾਂ ਉਹਦੇ ਆਧਾਰ 'ਤੇ ਆਪਾਂ ਨੇ ਨਾਂ ਰੱਖੇ ਹੋਏ ਨੇ, ਹਰੇਕ ਚੀਜ਼ ਦੇ ਸੈਂਟੈਂਸ ਬਣਾਏ ਹੋਏ ਨੇ। ਸਿਰਫ ਉਹਨੂੰ ਐਕਸਪਲੇਨ ਕਰਨ ਲਈ ਬਣੀ ਹੋਈ ਹੈ ਸੰਸਾਰੀ ਬੋਲੀ। ਅਤੇ ਇਹਦੇ ਵਿੱਚ ਜਿਹੜਾ ਅੱਖਾਂ ਤੋਂ ਨਹੀਂ ਦੀਂਦਾ ਉਹਨੂੰ ਐਕਸਪਲੇਨ ਕਰਨਾ ਬਹੁਤ ਔਖਾ ਇਸ ਬੋਲੀ ਦੇ ਵਿੱਚ। ਕੋਈ ਵੀ ਬੋਲੀ ਹੋਵੇ, ਭਾਵੇਂ ਉਹ ਪੰਜਾਬੀ ਹੋਵੇ, ਇੰਗਲਿਸ਼ ਹੋਵੇ, ਕਿਸੇ ਵੀ ਬੋਲੀ ਦੇ ਵਿੱਚ ਉਹ ਐਕਸਪਲੇਨ ਕਰਨਾ ਬਹੁਤ ਔਖਾ ਹੋ ਜਾਂਦਾ। ਪਰ ਜਿਹੜੀ ਗੁਰਬਾਣੀ ਆ ਉਹ ਬ੍ਰਹਮ ਗਿਆਨ, ਬ੍ਰਹਮ ਦੀ ਵਿਚਾਰ ਆ। ਉਹ ਬ੍ਰਹਮ ਜਿਹੜਾ ਅੱਖਾਂ ਨੂੰ ਨਹੀਂ ਦਿਸਦਾ, ਜਿਵੇਂ ਕੋਈ ਦਸਤਾਨਾ ਪਾਇਆ ਹੋਇਆ ਕਿਸੇ ਬੰਦੇ ਨੇ, ਤਾਂ ਉਹ ਹੱਥ ਨੇ ਦਸਤਾਨਾ ਪਾਇਆ ਹੋਇਆ ਗਲਵ, ਅਤੇ ਦਸਤਾਨਾ ਹਰਕਤ ਕਰਦਾ, ਪਰ ਆਪਾਂ ਨੂੰ ਪਤਾ ਵੀ ਉਹਦੇ ਵਿੱਚ ਹੱਥ ਸ਼ਕਤੀ ਆ ਹੱਥ ਦੀ, ਉਹ ਹਿਲਾ ਰਹੀ ਆ ਦਸਤਾਨੇ ਨੂੰ। ਇਸੇ ਤਰ੍ਹਾਂ ਜਿਹੜੇ ਸਰੀਰ ਹਿਲਦੇ ਨੇ, ਹਰਕਤਾਂ ਕਰਦੇ ਨੇ, ਚੱਲਦੇ ਨੇ, ਉਹਦੇ ਵਿੱਚ ਜਿਹੜੀ ਸ਼ਕਤੀ ਆ, ਜਿਹੜੇ ਉਹਨਾਂ ਨੂੰ ਕਰਵਾ ਰਹੀ ਆ, ਉਹ ਹੱਥ ਦਾ ਆਪਾਂ ਨੂੰ ਪਤਾ ਵੀ ਉਹ ਹੈ, ਪਰ ਉਹ ਸ਼ਕਤੀ ਦਾ ਹੱਥ ਦਿਖ ਰਿਹਾ, ਸ਼ਕਤੀ ਨਹੀਂ ਦਿਖ ਰਹੀ। ਇਸ ਲਈ ਉਹ ਸ਼ਕਤੀ ਨੂੰ ਇਸ ਬੋਲੀ ਵਿੱਚ ਐਕਸਪਲੇਨ ਕਰਨਾ, ਇਸ ਬੋਲੀ ਵਿੱਚ ਦੱਸਣਾ ਬਹੁਤ ਔਖਾ। ਉਹ ਉਦਾਹਰਨਾਂ ਦੇ ਕੇ ਹੀ ਦੱਸਿਆ ਜਾ ਸਕਦਾ। ਆਪਾਂ ਸਿਰਫ ਉਦਾਹਰਨਾਂ ਹੀ ਦੇ ਸਕਦੇ ਹਾਂ। ਉਹ ਉਦਾਹਰਨਾਂ ਵੀ ਸੰਸਾਰ ਦੇ ਲੈਵਲ 'ਤੇ ਹੀ ਹੁੰਦੀਆਂ ਨੇ। ਸੰਸਾਰੀ ਜੋ ਅੱਖ ਨੂੰ ਦਿਖ ਰਿਹਾ ਉਹਨੂੰ ਉਸ ਆਧਾਰ 'ਤੇ ਦਿੱਤੀਆਂ ਜਾਂਦੀਆਂ ਨੇ। ਇਸੇ ਲਈ 52 ਅੱਖਰੀ ਵਿੱਚ ਕਬੀਰ ਬਖਸ਼ ਜੀ ਲਿਖਦੇ ਨੇ ਵੀ ਬੋਲ ਅਬੋਲ ਮੱਧ ਹੈ ਸੋਏ, ਵੀ ਜਿਹੜਾ ਬੋਲਿਆ ਵੀ ਉਹਦੇ ਬਾਰੇ ਬੋਲਿਆ ਵੀ ਜਾ ਸਕਦਾ, ਬੋਲਿਆ ਵੀ ਨਹੀਂ ਜਾ ਸਕਦਾ, ਵਿਚਾਲੇ ਆ। ਮਤਲਬ ਨਾ ਆਪਾਂ ਉਹਦੇ ਬਾਰੇ ਖੁੱਲ੍ਹ ਕੇ ਦੱਸ ਸਕਦੇ ਹਾਂ, ਐਂ ਵੀ ਨਹੀਂ ਵੀ ਕੁਛ ਵੀ ਨਹੀਂ ਦੱਸ ਸਕਦੇ, ਬਸ ਉਦਾਹਰਨਾਂ ਦੇ ਕੇ ਸਮਝਾ ਵੀ ਸਕਦੇ ਹਾਂ। ਇਸ ਲਈ ਗੁਰਬਾਣੀ ਸਿਰਫ ਲਿਖੀ ਗਈ ਆ ਸੰਸਾਰੀ ਬੋਲੀ ਦੇ ਵਿੱਚ ਆਪਾਂ ਨੂੰ ਬ੍ਰਹਮ ਦੀ ਜਾਣਕਾਰੀ ਦੇਣ ਬਾਰੇ, ਵੀ ਉਹ ਸ਼ਕਤੀ ਬਾਰੇ ਜੋ ਸਾਰਾ ਕੁਝ ਚਲਾ ਰਹੀ ਆ। ਪਰ ਉਹ ਸਮਝਣਾ ਜਾਂ ਨਹੀਂ ਸਮਝਣਾ ਉਹ ਸਾਡੇ 'ਤੇ ਨਿਰਭਰ ਕਰਦਾ, ਸਾਡੀ ਬੁੱਧੀ 'ਤੇ ਨਿਰਭਰ ਕਰਦਾ। ਜੇ ਅਸੀਂ ਸਮਝ ਜਾਵਾਂਗੇ ਤਾਂ ਸਾਨੂੰ ਵੀ ਗਿਆਨ ਹੋ ਜਾਊਗਾ, ਨਹੀਂ ਤਾਂ ਰੋਜ਼ ਪੜ੍ਹ ਹੀ ਰਹੇ ਹਾਂ, ਸਾਰੀ ਦੁਨੀਆ ਪੜ੍ਹ ਹੀ ਰਹੀ ਆ। ਇੱਕ ਪੜ੍ਹਨਾ ਹੋ ਜਾਂਦਾ, ਇੱਕ ਸੈਲਫ ਸੈਟਿਸਫੈਕਸ਼ਨ ਹੋ ਜਾਂਦੀ ਹੈ, ਇੱਕ ਈਗੋ ਸੈਟਿਸਫੈਕਸ਼ਨ ਕਹਿ ਲਓ। ਫਾਇਦਾ ਨਹੀਂ ਹੁੰਦਾ, ਨਾ ਇਹ ਕੋਈ ਮਾਇਨੇ ਰੱਖਦਾ। ਇਹ ਤਾਂ ਚਾਹੇ ਦਿਹਾੜੀ 'ਚ 100 ਵਾਰ ਪੜ੍ਹੀ ਜਾਈਏ, 100 ਸਾਲ ਪੜ੍ਹੀ ਜਾਈਏ ਜ਼ਿੰਦਗੀ ਭਰ, ਇਹਦਾ ਆਪਾਂ ਨੂੰ ਕੋਈ ਫਲ ਨਹੀਂ ਮਿਲਣਾ। ਫਲ ਗਿਆਨ ਹੁੰਦਾ, ਵੀ ਜੇ ਆਪਾਂ ਨੂੰ ਪੜ੍ਹ ਕੇ ਕੋਈ ਗਿਆਨ ਪ੍ਰਾਪਤ ਹੋਊਗਾ। ਆਪਾਂ ਨੇ ਅੱਖਰਾਂ ਨੂੰ ਪੜ੍ਹ ਕੇ ਅੱਖਰਾਂ ਦੇ ਵਿੱਚੋਂ ਬ੍ਰਹਮ ਦੀ ਵਿਚਾਰ ਨੂੰ ਅੱਡ ਕਰਨਾ, ਐ ਨਹੀਂ ਵੀ ਅੱਖਰਾਂ ਪਿੱਛੇ ਲੱਗੇ ਰਹਿਣਾ। ਗਿਆਨ ਪ੍ਰਾਪਤ ਕਰਕੇ ਆਪਾਂ ਨੇ ਇਹ ਸੰਸਾਰ ਨੂੰ, ਇਹ ਵਿਸ਼ੇ ਸੰਸਾਰ ਜੋ ਤੁਹਾਨੂੰ ਦੇਖਦੇ ਇਹ ਹਰੀ ਦਾ ਰੂਪ ਆ ਜਿਹੜਾ ਦਿਖ ਰਿਹਾ ਸਾਰਾ ਕੁਛ। ਇਸ ਵਿੱਚੋਂ ਆਪਾਂ ਨੇ ਹਰੀ ਨੂੰ ਪਛਾਣਨਾ। ਹਰੀ ਆਪ ਨਹੀਂ ਹੈਗਾ, ਹਰੀ ਦਾ ਰੂਪ ਆ। ਹਰੀ ਨੂੰ ਪਛਾਣਨਾ ਵੀ ਉਹ ਕੀ ਚੀਜ਼ ਆ, ਉਹ ਸਾਰਾ ਭੇਦ ਦੱਸਿਆ ਹੋਇਆ ਗੁਰਬਾਣੀ 'ਚ। ਗੁਰਬਾਣੀ ਲਿਖਣ ਦਾ ਮਕਸਦ ਇਹੀ ਸੀਗਾ ਵੀ ਜੇ ਕਿਸੇ ਨੇ ਖੋਜਣਾ ਉਸ ਬ੍ਰਹਮ ਨੂੰ, ਤਾਂ ਉਹ ਇਹ ਪੜ੍ਹ ਕੇ ਖੋਜ ਸਕੇ। ਇੱਛਾਵਾਂ ਪੂਰਤੀਆਂ ਲਈ ਤਾਂ ਹੈ ਨਹੀਂ ਗੀ ਵੀ ਜੇ ਆਪਾਂ ਇਹਦੇ ਮੂਹਰੇ ਜਾ ਕੇ ਅਰਦਾਸ ਕਰਾਂਗੇ ਵੀ ਇਹ ਸਾਡੀ ਇੱਛਾ ਪੂਰਤੀ ਹੋ ਜੂਗੀ ਜਾਂ ਸਾਡੀਆਂ ਸੰਸਾਰਿਕ ਹੋਰ ਲੋੜਾਂ ਪੂਰੀਆਂ ਕਰ ਦੂਗੀ, ਤਾਂ ਉਸ ਲਈ ਤਾਂ ਹੈ ਨਹੀਂ ਗੀ, ਵੀ ਉਸ ਲਈ ਤਾਂ ਇਹ ਲਿਖੀ ਨਹੀਂ ਗਈ। ਇਸ ਲਈ ਆਪਾਂ ਨੂੰ ਅੱਖਰਾਂ ਦੇ ਵਿੱਚੋਂ ਖੋਜ ਕੇ ਹੀ ਉਹਦੀ ਜਾਣਕਾਰੀ ਪ੍ਰਾਪਤ ਮਿਲ ਸਕਦੀ ਆ। ਉਹ ਕਿਵੇਂ ਹੋਊਗੀ, ਆਪਾਂ ਨੂੰ ਅੱਖਰਾਂ ਨੂੰ ਰਿੜਕਣਾ ਪੈਣਾ। ਇਹ ਮੁਧਾਣੀ ਜਾਂ ਰਿੜਕਣ ਦੀ ਗੱਲ ਗੁਰਬਾਣੀ 'ਚ ਬਹੁਤ ਜਗ੍ਹਾ ਕੀਤੀ ਗਈ ਆ। ਮੁਧਾਵਣੀ ਬਿਲਕੁਲ ਅਖੀਰ 'ਤੇ ਜਾ ਕੇ ਇਹ ਵੀ ਦੱਸਿਆ ਗਿਆ ਵੀ ਇਹ ਮੁਧਾਵਣੀ ਹੈ, ਮੁਧਾਣੀ ਆ ਰਿੜਕਣੇ ਵਾਲੀ। ਹਰਕਾ ਬਲੋਵਣਾ ਬਲੋਵੋ ਮੇਰੇ ਭਾਈ ਸਹਿਜੇ ਪਲੋਵੋ, ਜੈਸੇ ਤਤ ਨਾ ਜਾਏ, ਵੀ ਹਰੀ ਦਾ ਬਲੋਵਣਾ ਹੈ, ਹਰੀ ਦੀ ਮੁਧਾਣੀ ਆ। ਟਿਕ ਕੇ ਬੁਲਾਉਣੀ ਆ, ਟਿਕ ਕੇ ਸਮਝ ਕੇ ਇਹਦੇ ਵਿੱਚੋਂ ਤੁਸੀਂ ਬ੍ਰਹਮ ਦੀ ਵਿਚਾਰ ਨੂੰ ਸਮਝਣਾ ਵੀ ਉਹ ਕੀ ਗੱਲ ਕਹੀ ਗਈ ਹੈ ਇਹਦੇ ਵਿੱਚ, ਕਿ ਤੁਹਾਨੂੰ ਤੱਤ ਗਿਆਨ ਦੀ ਪ੍ਰਾਪਤੀ ਹੋ ਜਾਵੇ, ਤੱਤ ਗਿਆਨ ਦਾ ਪਤਾ ਲੱਗ ਜਾਵੇ। ਇਸ ਤਰ੍ਹਾਂ ਟਿਕ ਕੇ ਸਹਿਜ 'ਚ ਬੁਲਾਉਣਾ, ਸ਼ਾਂਤ ਹੋ ਕੇ। ਮੁਧਾਵਣੀ ਦੀ ਬਾਤ 'ਚ ਵੀ ਇਹੀ ਆਉਂਦਾ ਵੀ ਸਾਰਿਆਂ ਨੇ ਇਹ ਥਾਲ ਆ ਇੱਕ ਕਿਸਮ ਦਾ, ਇਹਦੇ ਵਿੱਚ ਇੱਕੋ ਵਸਤੂ ਪਾਈ ਗਈ ਆ, ਵਿੱਚ 7 ਸੰਤੋਖ ਦੀ ਵਿਚਾਰ। ਜਿਹੜਾ ਇਹਨੂੰ ਪ੍ਰਾਪਤ ਕਰ ਲੂਗਾ ਉਹਦੀ ਭੁੱਖ ਮਰ ਜੂਗੀ, ਉਹ ਗਿਆਨ ਦੀ ਭੁੱਖ ਉਹਦੇ ਅੰਦਰੋਂ ਖਤਮ ਹੋ ਜੂਗੀ, ਉਹਨੂੰ ਗਿਆਨ ਪ੍ਰਾਪਤ ਹੋ ਜੂਗਾ। ਜਦ ਆਪਾਂ ਰਿੜਕਾਂਗੇ ਤਾਂ ਆਪਾਂ ਨੂੰ ਜੋ ਤੱਤ ਗਿਆਨ, ਜੋ ਗੁਰਮਤਿ ਪ੍ਰਾਪਤ ਹੋਊਗੀ, ਉਹ ਗੁਰ ਦੀ ਮੱਤ ਪ੍ਰਾਪਤ ਹੁੰਦੀ ਆ, ਉਹੀ ਗੁਰਮਤਿ ਆ। ਉਹ ਮੱਤ ਤੋਂ ਆਪਾਂ ਨੂੰ ਇੱਕ ਸੋਝੀ ਮਿਲਣੀ ਆ, ਉਹ ਸੋਝੀ ਹੀ ਸਤਿਗੁਰੂ ਆ। ਗੁਰ ਵਿਚਾਰ ਹੁੰਦੀ ਆ, ਸਿੱਖੀ ਸਿੱਖਿਆ ਗੁਰ ਵਿਚਾਰ। ਗੁਰਬਾਣੀ ਦੇ ਅਰਥ ਕਰਨ ਵੇਲੇ ਨਾ ਗੁਰੂ ਅਤੇ ਗੁਰ ਦੇ ਅਰਥ ਸੇਮ ਹੀ ਕਰੀ ਜਾਂਦੇ ਨੇ। ਗੁਰੂ, ਵਾਹਿਗੁਰੂ,
ਪਰ ਗੁਰ ਅਲੱਗ ਚੀਜ਼ ਆ। ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਦਾ ਤਰੀਕਾ ਹੁੰਦਾ, ਉਹ ਤਰੀਕਾ ਹੀ ਗੁਰਬਾਣੀ ਦੇ ਵਿੱਚੋਂ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਨ ਦਾ ਜਿਹੜਾ ਗੁਰ ਆ ਉਹ ਵਿਚਾਰ ਆ। ਉਹ ਵਿਚਾਰ ਜੇ ਆਪਾਂ ਕਰਾਂਗੇ ਤਾਂ ਆਪਾਂ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਣੀ ਆ। ਇਸ ਬ੍ਰਹਮ ਬਾਰੇ ਪਤਾ ਲੱਗਣਾ। ਸਤਿਪੁਰਖ ਜਿਹਨੇ ਜਾਣਿਆ ਸਤਿਗੁਰ ਤਿਸ ਕਾ ਨਾਉ, ਇਹ ਸਤਿਗੁਰ ਦੀ ਡੈਫੀਨੇਸ਼ਨ ਆਉਂਦੀ ਆ ਸੁਖਮਨੀ ਸਾਹਿਬ ਦੇ ਵਿੱਚ। ਇਸ ਤੋਂ ਆਪਾਂ ਨੂੰ ਇਹ ਪਤਾ ਲੱਗਦਾ ਵੀ ਜਿਹੜਾ ਸਤਿਗੁਰ ਆ, ਜਿਵੇਂ ਕੋਈ ਕਲਾਸ ਦੇ ਵਿੱਚ ਟੀਚਰ ਸਵਾਲ ਸਮਝਾ ਰਿਹਾ ਬੱਚਿਆਂ ਨੂੰ, ਜੇ ਉਹ ਟੀਚਰ ਸਮਝਾ ਰਿਹਾ ਹੋਵੇ ਤਾਂ ਸਾਰੇ ਬੱਚਿਆਂ ਨੂੰ ਸਮਝਾ ਦੇਵੇ, ਪਰ ਸਾਰੇ ਬੱਚੇ ਸਮਝਦੇ ਨਹੀਂ ਹੈਗੇ। ਕਿਉਂ ਨਹੀਂ ਸਮਝਦੇ? ਕਿਉਂਕਿ ਟੀਚਰ ਤਾਂ ਆਪਣੀ ਕੋਸ਼ਿਸ਼ ਕਰ ਰਿਹਾ, ਸਿਰਫ ਟੀਚਰ ਕੋਸ਼ਿਸ਼ ਕਰ ਸਕਦਾ, ਘੋਲ ਕੇ ਪਾ ਨਹੀਂ ਸਕਦਾ। ਸਮਝਣਾ ਤਾਂ ਬੱਚੇ ਨੂੰ ਆਪ ਹੀ ਪੈਂਦਾ, ਸਭ ਨੂੰ ਸਮਝਣਾ ਆਪ ਹੀ ਪੈਣਾ। ਮੈਂ ਹੁਣ ਇੱਥੇ ਬੋਲ ਕੇ ਜੇ ਕੋਈ ਦੱਸ ਦੂੰਗਾ ਤਾਂ ਕਿਸੇ ਨੂੰ ਪਤਾ ਨਹੀਂ ਲੱਗਣਾ। ਜੇ ਇਹ ਚੀਜ਼ ਨੂੰ ਕੋਈ ਵਾਰ-ਵਾਰ ਸੁਣੂਗਾ, ਇਸ 'ਤੇ ਵਿਚਾਰ ਕਰੂਗਾ ਇਕੱਲੇ ਬੈਠ ਕੇ, ਫਿਰ ਜਦੋਂ ਉਹ ਆਪ ਉਹਦੇ ਅੰਦਰੋਂ ਸਮਝ ਆਊਗੀ ਤਾਂ ਇਸ ਗੱਲ ਦੀ ਸਮਝ ਆਉਣੀ ਆ। ਜਿਹੜੀ ਉਹ ਸਮਝ ਆ ਆਪਣੀ, ਉਹੀ ਸਤਿਗੁਰ ਹੁੰਦਾ। ਉਹ ਦੁਨਿਆਵੀ ਸਮਝ ਤੋਂ ਪਰੇ ਹੁੰਦੀ ਆ। ਆਪ ਸ਼ਾਂਤ ਹੋ ਕੇ ਟਿਕ ਕੇ ਵਿਚਾਰ ਕੀਤੀ ਹੋਈ ਜਿਹੜੀ ਸਮਝ ਆ ਉਹੀ ਸਤਿਗੁਰ ਹੁੰਦੀ ਹੈ, ਅਤੇ ਉਹੀ ਅਸਲੀ ਮੱਤ ਹੁੰਦੀ ਆ। ਉਹੀ ਗੁਰਮੱਤ ਆ, ਗੁਰ ਤੋਂ ਪ੍ਰਾਪਤ ਹੋਈ। ਇਹਦੇ ਬਾਰੇ ਨਾਨਕ ਦੇਵ ਜੀ ਨੇ ਪੂਰੇ ਡਿਟੇਲ 'ਚ ਲਿਖਿਆ ਵੀ ਪਹਿਲਾਂ ਤਾਂ ਉਹਨਾਂ ਨੇ ਗੁਰ ਸਾਹਮਣੇ ਹੱਥ ਖੜੇ ਕੀਤੇ ਹੋਏ ਨੇ ਵੀ ਗੁਰਾ ਇੱਕ ਦੇਹ ਬੁਝਾਈ, ਵੀ ਮੈਨੂੰ ਕੁਛ ਨਹੀਂ ਪਤਾ ਲੱਗ ਰਿਹਾ, ਵੀ ਗੁਰਾ ਹੁਣ ਤੂੰ ਮੈਨੂੰ ਦੱਸ, ਤੂੰ ਮੈਨੂੰ ਬੁਝਾ ਵੀ ਉਹ ਅਸਲ ਵਿੱਚ ਹੈ ਕੀ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਵੀ ਜਿਹੜਾ ਸਾਰੇ ਜੀਆਂ ਦਾ ਇੱਕ ਦਾਤਾ ਵੀ ਉਹ ਮੈਂ ਕਦੇ ਨਾ ਭੁੱਲਾਂ, ਵੀ ਉਹ ਕਿਵੇਂ ਮੈਨੂੰ ਪਤਾ ਲੱਗੇ ਉਹਦੇ ਬਾਰੇ। ਫਿਰ ਬਾਅਦ ਵਿੱਚ ਅੱਗੇ ਜਾ ਕੇ ਇਹ ਵੀ ਲਿਖਦੇ ਨੇ, ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨੀ ਮਾਨਸ ਤੇ ਦੇਵਤੇ ਕੀਏ ਕਰਤਾਂ ਲਾਗੀ ਵਾਰ, ਵੀ ਮੈਂ ਆਪਣੇ ਗੁਰ 'ਤੇ 100 ਵਾਰ ਬਲਿਹਾਰੀ ਜਾਂਦਾ ਦਿਹਾੜੀ ਦੇ ਵਿੱਚ, ਜਿਹਨੇ ਮੈਨੂੰ ਇਹ ਸਮਝ ਦਿੱਤੀ ਅਤੇ ਮੈਨੂੰ ਮਨੁੱਖ ਤੋਂ ਦੇਵਤਾ ਬਣਾਤਾ। ਅਤੇ ਇਸ ਲਈ ਗੁਰ ਸਭ ਦਾ ਆਪਣੀ ਸਮਝ ਉਹ ਆਪਾਂ ਨੂੰ ਆਪੇ ਸਮਝ ਪੈਣੀ ਆ। ਉਹ ਸਮਝ ਤੋਂ ਹੀ ਆਪਾਂ ਨੇ ਅੱਗੇ ਤੁਰਨਾ, ਉੱਥੋਂ ਹੀ ਫਿਰ ਧਰਮ ਦਾ ਰਾਹ ਸ਼ੁਰੂ ਹੋਣਾ। ਸੰਸਾਰਿਕ ਸੋ ਕਾਲਡ ਧਰਮ ਨੇ, ਇਹ ਧਰਮ ਨਹੀਂ ਹੈਗੇ, ਮੱਤਾਂ ਨੇ। ਜਿਵੇਂ ਹਿੰਦੂ ਜਾਂ ਸਨਾਤਨ ਮੱਤ, ਇਸਲਾਮ ਮੱਤ, ਸਿੱਖ ਮੱਤ, ਇਹ ਮੱਤਾਂ ਨੇ। ਮੱਤ ਹੁੰਦੀ ਆ ਸਟਰੀਮ, ਜ਼ਿੰਦਗੀ ਜਿਉਣ ਦੀ ਤਰੀਕਾ, ਲਹਿਜਾ ਕਹਿ ਲਓ ਜਾਂ ਤਰੀਕਾ ਕਹਿ ਲਓ, ਵਿਚਾਰਧਾਰਾ, ਜਿਹਨੂੰ ਅਪਣਾ ਕੇ ਆਪਾਂ ਜ਼ਿੰਦਗੀ ਜਿਉਣੀ ਆ। ਧਰਮ ਅਸਲ 'ਚ ਇੱਕੋ ਹੀ ਆ। ਸੱਚ ਦੀ ਪ੍ਰਾਪਤੀ ਕਰਨਾ, ਸੱਚ ਬਾਰੇ ਜਾਣਨਾ, ਆਪਣੇ ਆਪ ਬਾਰੇ ਜਾਣਨਾ, ਉਹੀ ਧਰਮ ਆ। ਇਹ ਮੱਤਾਂ ਆਪਾਂ ਨੂੰ ਤਰੀਕਾ ਦੱਸਦੀਆਂ ਨੇ ਧਰਮ ਧਾਰਨ ਕਰਨ ਦਾ। ਅਤੇ ਸਿੱਖ ਮੱਤ ਇਹਨਾਂ ਬਾਕੀ ਸੰਸਾਰਿਕ ਮੱਤਾਂ ਦੀ ਗਿਣਤੀ ਵਿੱਚ ਨਹੀਂ ਆਉਂਦੀ। ਆਪਾਂ ਲੈ ਆਉਂਦੇ ਹਾਂ ਪਰ ਇਹ ਆਉਂਦੀ ਨਹੀਂ ਗੀ, ਕਿਉਂਕਿ ਜੇ ਕੋਈ ਸਨਾਤਨ ਮੱਤ ਤੋਂ ਵਿੱਚ ਚੱਲ ਰਿਹਾ, ਉਹ ਸਭ ਕੁਛ ਪਖੰਡ ਜਾਂ ਅੰਧ ਵਿਸ਼ਵਾਸ ਛੱਡ ਕੇ ਜਦੋਂ ਅਸਲੀਅਤ 'ਤੇ ਆਉਂਦਾ ਤਾਂ ਉਹ ਆਪਣੇ ਆਪ ਵਿੱਚ ਹੀ ਸਿੱਖ ਮੱਤ ਜਾਂ ਸਿੱਖ ਮੱਤ ਦਾ ਧਾਰਨੀ ਬਣ ਜਾਂਦਾ। ਚਾਹੇ ਉਹ ਇਸਲਾਮ ਮੱਤ ਦਾ ਧਾਰਨੀ ਹੋਵੇ, ਚਾਹੇ ਹਿੰਦੂ ਮੱਤ ਦਾ ਧਾਰਨੀ ਹੋਵੇ, ਮੁੱਢ ਦਾ ਕੋਈ ਵੀ ਹੋਵੇ, ਪਰ ਜਦੋਂ ਉਹ ਅਸਲੀਅਤ 'ਤੇ ਆਉਂਦਾ ਉਹ ਆਪਣੇ ਆਪ ਹੀ ਸਿੱਖ ਬਣ ਜਾਂਦਾ। ਤਾਂ ਇਸੇ ਲਈ ਕਿਸੇ ਦਾ ਧਰਮ ਨਹੀਂ ਛਡਾਇਆ ਗਿਆ, ਸਤਿਗੁਰਾਂ ਨੇ ਕਿਸੇ ਦਾ ਧਰਮ ਨਹੀਂ ਛਡਾਇਆ। ਸਭ ਨੂੰ ਆਪਣੇ ਧਰਮ ਵਿੱਚ ਚੱਲ ਕੇ ਹੀ ਅਸਲੀਅਤ ਪ੍ਰਾਪਤ ਕਰਨ ਲਈ ਕਿਹਾ ਸੀਗਾ। ਜਿਹੜੇ ਸੰਸਾਰਿਕ ਸੋ ਕਾਲਡ ਧਰਮ ਕਹਿੰਦੇ ਆ ਆਪਾਂ, ਇਹਦੇ ਜਿਹੜੇ ਕਰਮ ਬਣਾਏ ਹੋਏ ਨੇ, ਜੋ ਵੀ ਚਾਹੇ ਸਿੱਖ ਮੱਤ 'ਚ ਵੀ ਕਹਿ ਲਓ, ਹੁਣ ਜਿਵੇਂ ਆ ਗਏ ਸਵੇਰੇ ਉੱਠ ਕੇ ਨਹਾਉਣਾ, ਪਾਠ ਕਰਨਾ, ਇਹ ਸਾਰੇ ਰੀਤੀ ਰਿਵਾਜ, ਕਰਮ ਕਾਂਡ, ਇਹ ਸਾਰੇ ਫੋਕੇ ਦੱਸੇ ਗਏ ਨੇ ਸਿੱਖ ਮੱਤ ਗੁਰਬਾਣੀ ਵਿੱਚ ਵੀ। ਦਸਮ ਪਾਤਸ਼ਾਹ ਲਿਖਦੇ ਨੇ, ਫੋਕੜ ਧਰਮ ਕਿਛੂ ਫਲ ਨਾਹੀਂ, ਵੀ ਉਹ ਫੋਕੇ ਧਰਮ ਜਿਹਨਾਂ ਨੂੰ ਕੋਈ ਫਲ ਨਹੀਂ ਲੱਗਦਾ। ਜਿਹੜਾ ਕੰਮ ਕਰਕੇ ਆਪਾਂ ਨੂੰ ਕੋਈ ਗਿਆਨ ਪ੍ਰਾਪਤ ਨਹੀਂ ਹੁੰਦਾ, ਉਹ ਧਰਮ ਦਾ ਕਰਮ ਨਹੀਂ ਹੈਗਾ, ਉਹ ਫੋਕਾ ਧਰਮ ਆ, ਫੋਕਾ ਕਰਮ ਆ। ਇਸ ਲਈ ਜਿਹੜੀ ਵਿਚਾਰ ਆ, ਗੁਰ ਵਿਚਾਰ ਕਹਿ ਲਓ ਜਾਂ ਗੁਰਬਾਣੀ ਦੀ ਵਿਚਾਰ ਕਹਿ ਲਓ, ਜਾਂ ਕਿਸੇ ਜਿਸ ਵਿਚਾਰ ਤੋਂ ਸਾਨੂੰ ਸਾਡੀ ਅਸਲੀਅਤ ਬ੍ਰਹਮ ਦੀ ਜਾਣਕਾਰੀ ਮਿਲਦੀ ਆ, ਉਹੀ ਵਿਚਾਰ ਅਸਲੀ ਕਰਮ ਆ। ਹੋਰ ਇਸ ਤੋਂ ਇਲਾਵਾ ਹੋਰ ਸਾਰੇ ਸੰਸਾਰਿਕ, ਇਹ ਸ਼ੁਰੂਆਤ ਕਹਿ ਸਕਦੇ ਹਾਂ। ਜਿਵੇਂ ਕਿਸੇ ਦਰਖਤ ਨੂੰ ਫੁੱਲ ਲੱਗਦੇ ਆ, ਪਹਿਲਾਂ ਫੁੱਲ ਲੱਗ ਕੇ, ਜਦ ਫੁੱਲ ਲੱਗ ਕੇ ਸੁੱਕ ਕੇ ਝੜ ਜਾਣਾ, ਫਿਰ ਉਹਨੂੰ ਫਲ ਲੱਗਣਾ। ਇਹ ਕਿਤੇ ਨਹੀਂ ਦੇਖਿਆ ਗਿਆ ਵੀ ਫੁੱਲ ਦਾ ਸਿੱਧਾ ਫਲ ਬਣ ਜਾਂਦਾ, ਫੁੱਲ ਲੱਗ ਕੇ ਸੁੱਕ ਕੇ ਝੜਦਾ, ਫਿਰ ਉਹਦੀ ਜਗ੍ਹਾ 'ਤੇ ਫਲ ਲੱਗਦਾ, ਜਾਂ ਕਈ ਵਾਰ ਸਿੱਧਾ ਫਲ ਲੱਗ ਜਾਂਦਾ। ਸੰਸਾਰੀ ਧਰਮ ਵੀ ਐਵੇਂ ਹੀ ਕਹਿ ਲਓ, ਜਾਂ ਤਾਂ ਕਿਸੇ ਨੂੰ ਸਿੱਧਾ ਗਿਆਨ ਹੁੰਦਾ, ਜਾਂ ਫਿਰ ਉਹ ਪਹਿਲਾਂ ਹੋਰ ਕਰਮ ਕਰਦਾ ਹੁੰਦਾ, ਫਿਰ ਉਹ ਫੁੱਲ ਝੜਨੇ ਆ ਸੁੱਕ ਕੇ, ਉਹਨੂੰ ਬੰਦੇ ਨੂੰ ਗਿਆਨ ਹੋ ਜਾਣਾ ਵੀ ਮੈਂ ਇਹ ਕਰ ਰਿਹਾ ਜੋ ਕੰਮ, ਇਹ ਸਭ ਝੂਠੇ ਨੇ। ਫਿਰ ਉਹ ਝੜੂਗਾ ਫੁੱਲ ਸੁੱਕ ਕੇ, ਫਿਰ ਉੱਥੇ ਫਲ ਲੱਗੂਗਾ, ਉਹ ਗਿਆਨ ਫਲ।
ਨਾਨਕ ਗੁਰੂ ਸੰਤੋਖ ਰੁਖ ਧਰਮ ਫੁੱਲ ਫਲ ਗਿਆਨ। ਇਹ ਤਾਂ ਹੋ ਗਈ ਵੀ ਗੁਰਬਾਣੀ ਲਿਖਣ ਦੀ ਵਜ੍ਹਾ ਜਾਂ ਸੰਸਾਰੀ ਧਰਮ ਜਾਂ ਅਸਲੀ ਕਰਮ ਕੀ ਆ ਉਹਦੀਆਂ ਗੱਲਾਂ। ਪਰ ਜਦੋਂ ਆਪਾਂ ਗੁਰ ਕੀ ਮੱਤ 'ਤੇ ਚੱਲਣ ਲੱਗ ਜਾਂਦੇ ਹਾਂ, ਸਤਿਗੁਰ ਤੋਂ ਸਿੱਖਿਆ ਲੈਣ ਲੱਗ ਜਾਂਦੇ ਹਾਂ, ਤਾਂ ਆਪਣੀ ਜਿਹੜੀ ਸੋਝੀ ਬਿਲਕੁਲ ਬਦਲ ਜਾਂਦੀ ਆ। ਸੰਸਾਰ ਨੂੰ ਦੇਖਣ ਦਾ ਨਜ਼ਰੀਆ ਬਿਲਕੁਲ ਬਦਲ ਜਾਂਦਾ। ਜ਼ਿਆਦਾਤਰ ਇਹ ਦੇਖਿਆ ਗਿਆ ਵੀ ਸੰਸਾਰ ਦਾ ਆਪਾਂ ਵਿਰੋਧ ਕਰਨ ਲੱਗ ਜਾਂਦੇ ਹਾਂ, ਸੰਸਾਰ ਤੋਂ ਪੁੱਠੇ ਹੋ ਜਾਂਦੇ ਹਾਂ, ਕਿਉਂਕਿ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਇਹ ਸੰਸਾਰੀ ਮੱਤ ਦੇ ਬਿਲਕੁਲ ਉਲਟਾ ਜਿਹੜੀ ਉਹ ਗੁਰਮੱਤ ਆ। ਉਲਟੀ ਰੇ ਸਾਖਤ ਸਿਓ ਕਰ ਉਲਟੀ ਰੇ। ਉਹ ਸਾਖਤ ਦੀ ਮੱਤ ਨੂੰ ਉਲਟੀ ਕਰਕੇ ਹੀ ਗੁਰਮੱਤ ਬਣਦੀ ਆ। ਉਹ ਫਿਰ ਕਈ ਵਾਰ ਸੰਸਾਰਕ ਲੋਕਾਂ ਦਾ, ਜਿਹੜੇ ਦੁਨੀਆਦਾਰ ਹੁੰਦੇ ਨੇ ਜਾਂ ਸੰਸਾਰੀ ਮੱਤ, ਉਹਦਾ ਵਿਰੋਧ ਕਰਦੇ ਨੇ। ਭਗਤਾਂ ਦਾ ਵੀ ਵਿਰੋਧ ਹੋਇਆ, ਸਾਰਿਆਂ ਦਾ ਹੀ ਹੋਇਆ। ਉਹ ਤਾਂ ਹੁੰਦਾ ਕਿਉਂਕਿ ਸਭ ਕੋਲ ਜਿਹੜੀ ਸੰਸਾਰ ਦੀ ਮੱਤ ਆ, ਸੰਸਾਰ ਦੀ ਅਕਲ ਆ, ਜੋ ਵੀ ਆਪਾਂ ਸਿੱਖਦੇ ਹਾਂ ਬਚਪਨ 'ਚੋਂ ਆਪਣੇ ਮਾਂ ਪਿਓ ਤੋਂ, ਸਮਾਜ ਤੋਂ, ਜਾਂ ਆਪਾਂ ਅਬਜ਼ਰਵ ਕਰਕੇ ਆਲੇ ਦੁਆਲੇ ਤੋਂ ਸਿੱਖਦੇ ਹਾਂ, ਉਹ ਸਾਰਾ ਕੁਛ ਪੁਰਾਣਾ ਜੋ ਸੰਸਾਰ ਵਿੱਚ ਚੱਲ ਰਿਹਾ ਰੀਤੀ ਰਿਵਾਜ, ਉਹਦੇ ਹਿਸਾਬ ਨਾਲ ਹੀ ਆਪਾਂ ਸਿੱਖਦੇ ਹਾਂ। ਉਹ ਸਾਰੇ ਪੁਰਾਣੇ ਨੇ ਅਤੇ ਉਹ ਦੁਰਮਤ ਆ। ਜਾਂ ਗੁਰਮਤ ਦਾ ਪਤਾ ਲੱਗਦਾ, ਦੁਰਮਤ ਦਾ ਵੀ ਪਤਾ ਲੱਗ ਜਾਂਦਾ ਵੀ ਇਹ ਕੀ ਦੁਰਮਤ ਆ ਅਤੇ ਕੀ ਗੁਰਮਤ ਆ। ਇਹ ਇੱਕ ਅਲੱਗ ਵਿਸ਼ਾ, ਬਹੁਤ ਵੱਡਾ ਵਿਸ਼ਾ। ਇਹਦੀ ਵਿਚਾਰ ਫੇਰ ਕਰਾਂਗੇ, ਕਿਉਂਕਿ ਇਹਦੀ ਵਿਚਾਰ ਕਰਨ ਲਈ ਵਿਸਥਾਰ ਇਹਦਾ ਹੀ ਟੌਪਿਕ ਚਾਹੀਦਾ। ਅੱਜ ਲਈ ਇੰਨਾ ਹੀ ਬਹੁਤ ਆ। ਧੰਨਵਾਦ।